ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਗਗਨ ਦਮਮਾ ਬਜਿਓ ਪਰਿਉ ਨਿਸ਼ਾਨ ਕਾਉ खेत जो मंड्यो सूरमा अब जूजन कौ दाऊ सुरा सो पहचानिए जो लरै दीन के हेतु पुरजा पुरजा कट मरै कबहू ना छाड़ै खेत कबीर मरता मरता जग मुआ मर भी ना जाने कोई ऐसे मरनी जो मरै बहुर ना मरना होए कृपा करहो दीन के दाते मेरा गुण अवगण न विचारो कोई माटी का क्या तो पै स्वामी मानस की गत एही सतनाम वाहिगुरू ਸਾਹਿਬ ਜੀਓ। श्री राग महला पंजवा दुकृत सुकृत मंधे संसार सगलाना घूमते रहत भगत है कोई बिरला जाना। साहिब सतगुरु हाजरा हजूर जहरा जहूर सर्व कला भरपूर चवर छत्र तख्त दे मालिक रूहानियत दे भंडार बरदो आलम शाह श्री गुरु ग्रंथ साहब महाराज जी दी पावन हजूरी अंदर सुभाईमान गुरु प्यारे सन्मानयोग सत्संगी जनों संध्या वेले दे दीवाना दी आप हाज़री भर रहे हो। श्री गुरु अर्जुन देव महाराज जी के बड़े भाव आत्मक और बड़े रूहानियत दे विच सरशार भरपूर शब्दां दी विचार आप संगतां लड़ीवार सरवण कर रहे हो। ये शब्दां दी लड़ी 26 ते सतगुरु गुरु ग्रंथ साहब जी का अंग 51। आप जी बख्शो असीस सतगुरु जी आप रहमत करके विचारां कराउण दासरियां दे सिर ते मेल भरिया हाथ रखो गज के फतेह बुलाओ आखो जी वाहिगुरू जी का खालसा वाहिगुरू जी की फतेह। जिथे अज असी बाणी की विचार करनी है आप संगतां दे 5-10 मिनट वध लैने क्योंकि अज भाई साहब भाई मनी सिंह जी का शहीदी दिहाड़ा है। भाई साहब भाई मनी सिंह जी का 70 साल का गुरु चरणों के विच बतीत किया होया जीवन जिन्हों कोई कलम कोई जुबान कोई मत कोई सुरत पूर्ण रूप से बयान नहीं कर सकती। भाई मनी राम इन्हां दा पुरातन नाम है। जब इन्हां दा जन्म होया 1644 ईस्वी दे विच गुरु गोबिंद सिंह साहब महाराज जी तो 22 साल पहला सोमर दे विच 22 साल वड्डे ने। गुरु हरराय साहब महाराज जी की शरण दे विच इन्हां दे पिता जी इन्हां नूं लैके गए और फिर क्योंकि ये समा पिता जी का नाम भाई मियाँ राम है गुरु घर दे वो आनंद सेवक सन
ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਪਹੁੰਚੇ ਸਤਵੇਂ ਪਾਤਸ਼ਾਹ ਮਹਾਰਾਜ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਨਤਮਸਤਕ ਹੋਏ। ਕੀਰਤਪੁਰ ਸਾਹਿਬ ਦੀ ਰੌਣਕਾਂ ਵੇਖੀਆਂ, ਰਹਿਮਤਾਂ ਵੇਖੀਆਂ, ਕੁਦਰਤੀ ਨਜ਼ਾਰੇ ਵੇਖੇ, ਗੁਰੂ ਦੀ ਵਰਤਦੀ ਹੋਈ ਕਲਾ ਵੇਖੀ ਤੇ ਮਨ ਬੜਾ ਟਿਕਿਆ ਛੋਟੀ ਉਮਰ ਦੇ ਵਿੱਚ ਭਾਈ ਮਨੀਆਂ ਦਾ। ਤੇ ਜਿਸ ਵੇਲੇ ਗੁਰੂ ਦੇ ਦਰਸ਼ਨ ਕੀਤੇ, ਗੁਰੂ ਨੇ ਸਮਰੱਥ ਗੁਰੂ ਨੇ ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕਿ ਹੱਕ ਪਰਵਰ ਹੱਕ ਕੇਸ਼ ਗੁਰ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰ ਕਰਤਾ ਹਰ ਰਾਏ। ਜਦ ਗੁਰੂ ਹਰਿਰਾਏ ਸਾਹਿਬ ਜੀ ਨੇ ਪੁੱਛਿਆ, ਮੀਆਂ ਰਾਮ ਤੇਰੇ ਪੁੱਤਰ ਦਾ ਕੀ ਨਾਮ ਹੈ? ਕਹਿੰਦੇ ਜੀ ਇਹਦਾ ਨਾਮ ਮਨੀਆ ਹੈ। ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਮਨੀਆ ਸਾਡਾ ਗੁਨੀਆ ਹੈ, ਇਹ ਵੱਡ ਗੁਨੀਆ ਹੈ, ਇਹ ਗੁਣਾਂ ਦਾ ਭਰਪੂਰ ਹੋਏਗਾ। ਮਨੀਆ ਇਹ ਮਣੀ ਦੇ ਰੂਪ ਦੇ ਵਿੱਚ ਚਮਕੇਗਾ। ਇਹਦੀ ਸੇਵਾ, ਇਹਦਾ ਸਿਮਰਨ, ਇਹਦਾ ਸਿਦਕ, ਇਹਦਾ ਸਤਗੁਣ, ਸੰਤੋਖ, ਸਬਰ, ਇਹਦੀ ਲਿਆਕਤ, ਇਹਦੀ ਵਿਦਿਆ ਤੇ ਇਹਦੇ ਅੰਦਰ ਦੀ ਗੁਰੂ ਪ੍ਰਤੀ ਸਮਰਪਣ ਵਾਲੀ ਬਿਰਤੀ ਇਹਨੂੰ ਸਦਾ ਸਦਾ ਵਾਸਤੇ ਗੁਨੀਆ ਬਣਾ ਕੇ ਰੱਖੇਗੀ। ਬਸ ਉਹ ਦਿਨ ਤੇ 1738 ਤੱਕ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਸਰੀਰ ਰੂਪੀ ਜੀਵਨ ਹਯਾਤੀ ਦਾ ਸਮਾਂ ਹੰਡਾਇਆ, ਮਾਣਿਆ। ਔਰ ਸਾਰਾ ਸਮਾਂ 1644 ਤੋਂ ਲੈ ਕੇ 1738 ਤੱਕ ਸਦਾ ਹੀ ਗੁਰੂ ਨੂੰ ਸਮਰਪਿਤ ਰਹੇ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਦਿੱਲੀ ਦੀ ਧਰਤੀ 'ਤੇ ਆਏ। ਇੱਥੇ ਮਰੀਜ਼ਾਂ ਦਾ ਇਲਾਜ ਕੀਤਾ, ਸੇਵਾਵਾਂ ਕੀਤੀਆਂ। ਜਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇਸ਼ਾਰਾ ਕੀਤਾ, ਬਾਬਾ ਬਸੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ, ਫਿਰ ਬਕਾਲਾ ਸਾਹਿਬ ਦੀ ਧਰਤੀ 'ਤੇ ਪਹੁੰਚੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਸਮਾਂ ਬਤੀਤ ਕੀਤਾ। ਉੱਥੋਂ ਨਾਲ ਹੀ ਅੰਮ੍ਰਿਤਸਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਗਏ, ਵੱਲੇ ਪਿੰਡ ਗਏ, ਫਿਰ ਵਾਪਸ ਪੂਰਬ ਦੇਸ਼ ਦੀ ਰਟਨ ਯਾਤਰਾ ਦੇ ਵਿੱਚ ਭਾਈ ਮਨੀਆਂ ਜੀ ਨਾਲ ਨੇ। ਇੱਥੋਂ ਤੱਕ ਭਾਈ ਮਨੀ ਜੀ ਦੇ ਸਕੇ ਭਰਾਤਾ ਭਾਈ ਦਇਆ ਰਾਮ ਜੀ, ਕਿਉਂਕਿ ਵਾਹਿਗੁਰੂ ਭਾਈ ਦਇਆਲਾ ਜੀ, ਔਰ ਇਹ ਭਾਈ ਦਇਆਲਾ ਜੀ ਉਹੀ ਨੇ ਜਿਨ੍ਹਾਂ ਨੇ ਮਤੀ ਦਾਸ ਜੀ, ਸਤੀ ਦਾਸ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਆਪ ਸ਼ਹਾਦਤ ਦਾ ਜਾਮ ਪੀਤਾ। ਇਹ ਸਕੇ ਭਰਾਤਾ ਨੇ। ਭਾਈ ਮਨੀ ਸਿੰਘ ਜੀ ਨੂੰ ਮਿਲਾ ਕੇ 12 ਭਰਾ ਨੇ ਤੇ 12 ਭਰਾ ਦੇ ਵਿੱਚੋਂ 11 ਭਰਾ ਸ਼ਹੀਦ ਨੇ ਤੇ 11 ਸਕੇ ਭਰਾ, 11 ਦੇ 11 ਇੱਕ ਜਿਹੜੇ ਸਨ ਜਿਨ੍ਹਾਂ ਦਾ ਨਾਮ ਭਾਈ ਅਮਰਦਾਸ ਸੀ, ਉਹ ਛੋਟੀ ਉਮਰ ਦੇ ਵਿੱਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਤੇ ਭਾਈ ਮਨੀ ਸਿੰਘ ਜੀ ਦੇ ਜਿਹੜੇ ਪੁੱਤਰ ਨੇ ਉਹ ਵੀ ਸ਼ਹੀਦ ਨੇ। ਤੇ ਭਾਈ ਮਨੀ ਸਿੰਘ ਜੀ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਮਾਲਵਾ ਰਟਨ ਪੂਰਬ ਦੇਸ਼ ਦੀ ਯਾਤਰਾ ਵਿੱਚ ਵੀ ਗਏ। ਜਦ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਦੀ ਧਰਤੀ 'ਤੇ ਪਹੁੰਚੇ ਨੇ ਤੇ ਪਟਨੇ ਧੰਨ ਗੁਰੂ ਗੋਬਿੰਦ ਰਾਏ ਜੀ ਦੇ ਪ੍ਰਕਾਸ਼ ਵੇਲੇ ਹੁਕਮਨਾਮਿਆਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮਨੀ ਸਿੰਘ ਜੀ ਦੇ ਭਰਾਤਾ ਭਾਈ ਦਿਆਲਾ ਜੀ ਦਾ ਜ਼ਿਕਰ ਕੀਤਾ ਹੋਇਆ ਕਿ ਇਹ ਪਰਿਵਾਰ ਕਿੰਨਾ ਵਿਸ਼ਵਾਸ ਪਾਤਰ ਸੀ। ਪਿੱਛੇ ਗੁਰੂ ਪਰਿਵਾਰ ਨੂੰ ਛੱਡ ਕੇ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਉੱਥੇ ਜ਼ਿਕਰ ਕੀਤਾ ਕਿ ਗੁਰੂ पटने की संगत को गुरु रखेगा। ते अगला जिक्र सी भाई दयाले का आख्या गुरु का आख्या समझना। किड्डी वड्डी दात दिती गुरु ने सिख नूं। फिर गुरु तेग बहादुर साहब पंजाब की धरती ते पटने तो होके आए। भाई नाल भाई मनिया जी आया। गुरु तेग बहादुर साहब जी की शहादत हुई तो भाई मनिया जी इत्थे तक पहुँचे। तो जिन्हों ने सीस का संस्कार किया, वाहिगुरू धड़ का संस्कार किया, लखी शाह वणजारा जी, ये भाई मनी सिंह जी ते लखी शाह वणजारा ये दोनों रिश्तेदार ने। भाई मनी सिंह जी दे दमाद ने लखी शाह वणजारा जी। लखी शाह वणजारा जी की कुड़ी सीतो बाई का विआह भाई साहब भाई मनी सिंह जी दे नाल होया। ये सारा इस तरह गुरु दे सारे सिद्धांत नूं समर्पित परिवार है। फिर जब सतगुरु गुरु गोबिंद सिंह साहब जी का समा आया, नाल भाई मनिया जी ने, फिर गुरु गोबिंद सिंह साहब जी पौंटे की धरती ते टिके। भंगाणी के युद्ध के विच जौहर की विद्या भाई साहब भाई मनी राम जी ने दिखाई, जंग भी लड़ी। सो आओ जी ये इतिहास हुण शब्द विचार तो बाद करांगे, इत्थों ही शुरू करांगे लड़ी, क्योंकि लड़ी बहुत वड्डी सी। इस करके अद्धी लड़ी
गुरु साहब के समय तक आप संगतां दे सन्मुख फिर अगली लड़ी रखांगे। बख्शो असीस विचार आरंभीए। एक बारी आखो जी सतनाम श्री वाहिगुरु जी। एक बारी सारे आखो जी सतनाम श्री वाहिगुरु जी। श्री राग महला पंजवां। दुकृत सुकृत मंधे संसार सगलाना। मंधे का मतलब है विच, दुकृत ते सुकृत। दुकृत ते सुकृत ये बड़े पुरातन लफ्ज़ ने जिहड़े वेदां शास्त्रां ते पुराणां दी लिखतां ते चलदे ने। वेदां ते पुराणां अनुसार जिहड़े कर्म पाप हैगे उन्होंने दुकृत कहिंदे ने ते जिहड़े कर्म पुण्य वाले हैगे उन्होंने सुकृत कहिंदे ने। सिर्फ वेदां शास्त्रां या ग्रंथां के आधार पर पाप ते पुण्य की विचार ही करी जानी, ये सारा संसार ये विच फसिया होया है। अज दा भी तुसी शब्द पढ़ लो जिहड़ा हुक्म रूप दे विच गुरु अमरदास जी ने अज बख्शिश की। काचा धन संचय है मूर्ख गवार, मन मुख भूले अंध गवार। कि वेदां शास्त्रां दे विच जिथे रब की गल सी वो तो सामने रखी नहीं, बाकी जो उहदे विच कर्म कांड सी, जो पाप ते पुण्य की विचार सी, वो संसार नूं डरावे दे विच विपरवाद ने लुट्टण लई दुनिया नूं संसार नूं डरावा दिता। कथा कहानी बेदी आणी पाप पुण्य विचार दे दे लैना लै लै देना नरक सुरग अवतार उत्तम मध्यम जाति जिनसी भरम पवै संसार। तो फिर सच की गल की है? अज दा हुक्मनामा चौहों जुग में है अमृत साची बाणी। पढ़ो जी चौहों जुग में है अमृत। ये सच्ची बाणी है जिहदे विच सिर्फ तत्त की गल है। अमृत बाणी तत्त वखाणी, ना पाप की गल ना पुण्य की गल ना देण की गल ना लैण की गल। जिहदे विच यज्ञ करिए यज्ञ कराउने दान देने दान लैणे, ना उच्ची नीवीं जातां की गल, ना वितकरियां ते ना वितंडे की गल, ना वहमां की गल, सिर्फ प्रभु की प्राप्ति की गल। संसार सारा दुकृत ते सुकृत पाप ते पुण्य के कर्मां विच ही फसिया होया है। दुकृत सुकृत मंधे संसार सगलाना, सारा संसार सगल तो सगलाना बनिया है। दोहूं ते रहत भगत है कोई विरला जाना। किसी विरले ने पाप पुण्य नूं छड़ दिता। कबीर साहब ने छड़ दिता। कबीर साहब ने क्या ना कि क्या नरक क्या सुर्ग विचारा संतन दूर आदे, हम काहू की कान ना कढ़ते अपने गुर प्रसादे। पाप पुण्य की गल ही छड़ती। कहते मैनू परवाह ही नहीं पाप पुण्य की, क्यों मेरी अवस्था हो गई, मैनू पता लग गया पाप पुण्य ते भुलेखियां दे विच पाउण वास्ते है। मन इन्ना पवित्र हो जाता है, मन पाप ते पुण्य तो उच्चा उठ जाता है। कोई विरला भगत है इस संसार विच। एक वचन है भगत के तत्ते नूं औंकड़ है। कोई विरला एक भगत है जिहड़ा इन्हां दोहां तो मुक्ता है। दोहूं विवस्था ते जो मुक्ता सोई सुहेला भाली है। कि पाप पुण्य लैना देना अमीर गरीबी दुख सुख हरक सोग निंदा उस्तत इन्हां सारियां तो कोई जन अपने आप नूं बिल्कुल विरक्त कर ले, बिल्कुल निर्लेप कर ले। गुरु अर्जुन साहब कहते उन्होंने नमस्कार है। ऐसा कोई भगत विरला है जी। सारे जपो सुनो स्वामी तू बड़ पुरख सुजाना। ठाकुर वाहिगुरु सारियां विच समाया। की पाप ते की पुण्य दी तुसी गल करन लगे हो। अच्छा क्यों पाप ते पुण्य? गुरु साहब मना कर रहे। महाराज कहते जेड़ी पाप ते पुण्य दी तुसी परसैप्शन मनी बैठे हो ना, ये सच नहीं है। जेड़ा तुसी पुण्य समझी बैठे हो सकता रब की दरगाह च वो पाप होए, ते जेड़ा तुसी पाप समझी बैठे हो सकता वो पाप ही ना होए। जो मैं पाप कर रहा मेरे वास्ते पाप हो सकता है, रब की दरगाह दे विच पता नहीं वो की होए, ਉਹਦੇ बारे तो कुछ नहीं पता। हाँ किसी दे कीते हुए कर्म साड़ी नज़र से पाप हो सकते हैं। ये पाप कर रहा ये पाप कर रहा। तो प्रभु गुरु साहब कहते तुसी किवें कह सकते हो ये पाप ते पुण्य है? भी पाप पुण्य की विचार तो कोई दस ही नहीं सकता की है। चंगियाइयां बुराइयां बच है। हाँ एक समाजिक जिहड़ा ढांचा है, उस समाजिक ढांचे दे विच पाप ते पुण्य की सोझी बंदे नूं होंदी है, और उस पाप ते पुण्य की बंदिश विच बंदा रहिंदा है। पर धर्म के मार्ग ते पाप पुण्य कौन कहेगा? कि धर्म के मार्ग ते कोई कहता नहीं जी ये काम जिहड़ा कीता जा रहा ये नहीं होना चाहिए, ये तो पाप हो गया। नहीं जी मैं ये काम कर रहा, मैं नंगे पैर जा रहा जी गुरु कोल गुरुद्वारे, बड़ा वड्डा पुण्य है जी, बड़ा वड्डा पुण्य है। कौन कहेगा वड्डा पुण्य है?
ये तो गुरु जानेगा। मैं जी इन्ना दान किया, बहुत पुण्य किया, ये तो प्रभु दसेगा कि ये दान ये पुण्य प्रवान है या नहीं है। गल तो नहीं है। असी कहते हैं कि असी इन्ना ज़्यादा सेवा भावना दान पुण्य कर रहे हैं, बड़ा पुण्य किया, हो सकता किसी का दिल भी दुखा रही होइए, उस पाप बारे सानू पता ही ना हो। बाबा शेख फरीद ने कहा ना कि पापा सिर पाप तो यह है कि किसी के दिल में दुखा देना तो दूसरे पासे धर्म के कर्म करी जाने, वो समझना वो पुण्य कर रहे हैं तो ये कोई पाप नहीं है। इस करके साहिब जी कहते कोई विरला है ठाकुर सर्वे समाना, कोई विरला समझदा है बई ये तो सब दे विच वाहिगुरू है। बड़ी सुचेतता दे नाल, बड़ी संजीदगी दे नाल इस गुरु के हुक्म नूं समझण वाला कोई विरला हुंदा है। क्या कहूँ सुनो स्वामी, मैं की आखां, मैं किवें आख सकां कि यही चंगा है, कि यही मंदा है। किवें आख सकदा, कोई मुसलमान किवें आख सकदा औरंगजेब के रूप दे विच कि जे 5 वक्त दे नमाज नहीं पढ़ोगे तो फिर कुफर होगे। किवें कौन कह सकता है? कौन कह सकता है कि कोई सनातनी जे जय श्री राम नहीं बोलोगे तो फिर पार उतारा नहीं होना? तो कौन कोई सिख एवं दावे नाल थोड़ी कह सकता है कि जी अमृत छकोगे तो पार उतारा? ये तो अंदर दी भावना है, ये तो रहत है, ये तो किसी विरले नूं सोझी आउंदी है। क्योंकि इत्थे बाहरों भेख करन वाले 100 हो सकते हैं, पर अंदर कमाउण वाला किसी ने इस अमृत की सोझी जान ली होए ना। अमृत की साज सोई जाना, अमृत का व्यापारी जियो, ये तो वही जान सकता है, बाकी मेरे वर्गे गल्लां ही कर सकते हैं। इस करके क्या कहूँ सुनो स्वामी, तू वड पुरख सुजाना, तुहाडे वर्गा सियाणा कौन है? तुहाडे वर्गा दीना ते बीना कौन है? दाना ते बीना कौन है? देखण वाला कौन है? साडे आखे पाप पुन थोड़ी हुंदे आ। ये ते महाराज जी कहंदे कच ते पक, ये सारा कुछ तुहाडी दरबार दे विच सब कुछ तुसी फैसला लैण वाले हो। रहाओ मान अभिमान मंझे सो सेवक रानी, अत समदर्शी संतो कोई कोट बंधाई। मान अभिमान ते अहंकार दे विच कोई आखे कि नहीं वो पाप है तो मैं पुन्नी हाँ, ये महाराज कहते डुब गया भाई तू। अहंकार दे विच ते कदी भी प्रवान नहीं है। मान अभिमान मंधे, मान ते अभिमान विच फसिया होया बंदा सो सेवक ना ही, वो किवें सेवक हो सकता है? जिहदे अंदर मान अभिमान है भी मैं जो कर रहा वही ठीक है, फिर महाराज कहते फिर मैं लै बैठी पाई, फिर कितों ठीक हो गया? सब तो पहला तो मैं ही गलत हो गई, जिहड़ा तू कह रहा कि मैं ही ठीक हाँ बाकी सारे गलत ने। महाराज कहते सो सेवक ना ही, सेवक तो वह है कि जो तू चलावें चल है स्वामी, कि जिमें तुसी चला रहे हो उमें चलना। बस ये वाली अवस्था ये सोझी किसी बिरले नूं आउंदी है। जिव तू चलावै तिव चल है स्वामी, होर क्या जाना गुण तेरे। जिव तू चलावै ते मैं चलै, जिना मार्ग पावे कर कृपा, जिन नाम लाहे से हर हर सदा त्यावे। वो मैं नहीं करता, वो हर हर करता है, वही कर रहा है, वही कर रहा है। तत् समदर्शी संत हो, कोई कोट मंदाही, करोड़ां दे विच कोई तत्त दी गल करन वाला, तत्त नूं समझण वाला है नहीं। तो असी सारी सतगुर जी कहंदे अहंकार दे विच फसे होए बस एक दूसरिਆਂ ਨੂੰ जज करी जा रहे हैं कि वो चंगा वो माड़ा। इथों तक असी धार्मिक स्टेजां भी नहीं बख्शियां, असी गुरु घर भी नहीं बख्शे, असी धर्म के बुरके भी नहीं, धर्म के मार्ग भी नहीं छड्डे, वो भी नहीं बख्शे। उतों भी असी बैठ के एक दूसरे की तंज खिंची जा रहे हैं, एक दूसरे के उत्ते असी टिप्पणी कर रहे हैं। महाराज कहते ये कदी भी सच नहीं हो सकता। तत् समदर्शी कोई बिरला, समदर्शी का मतलब एक नज़र रखण वाला, पापी नूं भी इक्को ही नज़र नाल वेखे ते पुन्नी नूं भी एक नज़र नाल वेखे। ये कोई विरला करोड़ां दे विच है जी। कहावन ये कीरत करला, कथन कहन ते मुक्ता, गुरमुख कोई। कहावन यह कीरत करला, ये कथा करने वाला कोई ये सोचे कि ये कीरत ये मार्ग रब नूं मिलण वाला मार्ग है, पर कदी नहीं हो सकता। कथन दे नाल कोई भी पार उतारा आप भी नहीं हो सकता तो दूसरे का भी नहीं कर सकता, जब तक कोई इस मार्ग ते तुरन वाला ना होए। कहण कहाउण दे नाल महाराज जी हुण अगे बचन पढ़ांगे। सुहेला कहण कहावण तेरा बिखम भावन,
ਭਾਉਣਾ ਬੜਾ ਔਖਾ ਹੈ, ਮੰਨਣਾ ਬੜਾ ਔਖਾ ਹੈ, ਕਹਿ ਦੇਣਾ ਸੌਖਾ ਹੈ ਭਾਈ। ਕਿ ਕਹਿਣ ਨਾਲ ਕੋਈ ਪਿਆਰ ਪਾਰ ਉਤਾਰਾ ਹੁੰਦਾ ਤੇ ਇੱਥੇ ਕਿਆ ਪੜੀਆ ਕਿਆ ਗੁਨੀਆ ਕਿਆ ਵੇਦ ਪੁਰਾਣਾ ਸੁਣੀਆ ਪੜੇ ਸੁਣੇ ਕਿਆ ਹੋਈ ਜਾਓ ਸਹਿਜ ਨਾ ਮਿਲਿਓ ਸੋਈ। ਬੋਲਣ ਨਾਲ ਨਹੀਂ ਕਿਸੇ ਦਾ ਪਾਰ ਉਤਾਰਾ ਹੁੰਦਾ। ਕਹਿਣ ਕਹਾਵਨ ਇਹ ਕੀਰਤ ਕਰ ਲਾ ਕਹਿੰਦੇ ਮਾਰਗ। ਕੋਈ ਮੇਰੇ ਵਰਗਾ ਭੁਲੇਖਾ ਖਾ ਸਕਦਾ ਜੀ ਮੈਂ ਤੇ ਕਥਾ ਕਰਦਾ ਮੈਂ ਬ੍ਰਹਮ ਗਿਆਨੀ ਹਾਂ? ਮਹਾਰਾਜ ਕਹਿੰਦੇ ਕਦੀ ਨਹੀਂ। ਕਹਿਣ ਨਾਲ ਨਹੀਂ, ਕਥਨ ਕਹਿਣ ਤੇ ਮੁਕਤਾ। ਜਿਹੜਾ ਕਥਨ ਤੋਂ ਉੱਚਾ ਉੱਠ ਕੇ ਕਰਨੀ ਦੇ ਵਿੱਚ ਆ ਗਿਆ ਤੇ ਉਹਦੀ ਕਰਨੀ ਹੀ ਦੁਨੀਆ ਨੂੰ ਦੱਸ ਰਹੀ ਹੈ ਕਿ ਵਾਹ ਜੇ ਸਿੱਖੀ ਹੋਣੀ ਚਾਹੀਦੀ ਤੇ ਇਹੋ ਜਿਹੀ ਹੋਣੀ ਚਾਹੀਦੀ। ਕਹਿਣ ਵਾਲੀ ਗੱਲ ਤੋਂ ਤੇ ਉਹ ਉੱਤੇ ਉੱਠ ਗਿਆ। ਕਹਿਣ ਦੀ ਲੋੜ ਹੀ ਨਹੀਂ, ਕਿਸੇ ਨੂੰ ਕਨਵਿੰਸ ਕਰਨ ਦੀ ਲੋੜ ਹੀ ਨਹੀਂ ਪਏ ਬੋਲ ਕੇ, ਬਲਕਿ ਉਹਦਾ ਜੀਵਨ ਦੱਸ ਜੇ ਕਿ ਭਾਈ ਵਾਕਈ ਜੇ ਗੁਰਸਿੱਖੀ ਹੈ ਤੇ ਇਹੋ ਜਿਹੀ ਹੁੰਦੀ ਹੈ ਜਿਵੇਂ ਭਾਈ ਮਨੀ ਸਿੰਘ ਜੀ ਨੇ ਕਮਾਈ। ਭਾਈ ਮਨੀ ਸਿੰਘ ਜੀ ਨੇ ਜਿੱਥੇ ਕਥਾ ਸਿਖਾਈ ਵੀ, ਆਪ ਵੀ ਸਿੱਖੀ, ਪਰ ਕੱਲੀ ਨਿਰੀ ਕਥਾ ਨਹੀਂ, ਇਹਨਾਂ ਬਚਨਾਂ ਨੂੰ ਕਮਾਇਆ ਵੀ। ਕਥਨ ਕਹਿਣ ਤੇ ਮੁਕਤਾ। ਕਿਉਂਕਿ ਇਸਲਾਮ ਜਗਤ ਦੇ ਵਿੱਚ ਜਦ ਨਮਾਜ਼ ਅਦਾ ਕੀਤੀ ਜਾਂਦੀ ਹੈ ਨਾ, ਗੋਡਿਆਂ ਤੇ ਪੱਟਾਂ ਤੇ ਹੱਥ ਰੱਖ ਕੇ ਸਿਰ ਝੁਕਾਇਆ ਜਾਂਦਾ ਹੈ, ਮੱਥਾ ਟੇਕ ਕੇ ਫਿਰ ਪੱਟਾਂ ਤੇ ਬੈਠ ਕੇ ਨਾ ਇੱਕ ਐਵੇਂ ਇਸ਼ਾਰਾ ਕੀਤਾ ਜਾਂਦਾ ਹੈ, ਇਹਨੂੰ ਅੰਗਸ਼ੇ ਸ਼ਹੀਦੀ ਕਿਹਾ ਜਾਂਦਾ ਹੈ ਇਸ ਚੀਜ਼ ਨੂੰ, ਕਿ ਮੁਸਲਮਾਨ ਨਮਾਜ਼ ਅਦਾ ਕਰਕੇ ਨਾ ਇੱਕ ਉਂਗਲ ਅਸਮਾਨ ਵੱਲ ਚੱਕਦੇ ਨੇ। ਇਹਦਾ ਮਤਲਬ ਕੀ ਹੁੰਦਾ ਹੈ? ਇਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਰੱਬ ਤੇਰੇ ਹੁਕਮ ਦੇ ਵਿੱਚ ਆਪਣੀ ਉਂਗਲ ਸ਼ਹੀਦ ਕਰ ਸਕਦੇ ਹਾਂ। ਗਵਾਹੀ ਭਰ ਰਹੇ ਹਾਂ ਅਸੀਂ ਆਪਣੀ ਉਂਗਲ ਵੀ ਸ਼ਹੀਦ ਕਰ ਸਕਦੇ ਹਾਂ। ਪਰ ਕਦੀ ਭਾਈ ਮਨੀ ਸਿੰਘ ਦੀ ਉਹ ਤਸਵੀਰ ਦੇਖਿਓ, ਪਤਾ ਨਹੀਂ ਕਿਸ ਕਲਾਕਾਰ ਨੇ ਬਣਾਈ ਪਰ ਕਮਾਲ ਕੀਤੀ। ਭਾਈ ਮਨੀ ਸਿੰਘ ਦਾ ਉਹ ਬੰਦ ਕੱਟਣ ਲੱਗਾ ਹੈ, ਪਰ ਭਾਈ ਮਨੀ ਸਿੰਘ ਉੱਥੇ ਉਂਗਲ ਕਰਕੇ ਦਿਖਾਉਂਦੇ ਆ ਕਿ ਬੰਦ ਇੱਥੋਂ ਨਹੀਂ ਇੱਥੋਂ ਹੋਣਾ। ਸੱਚੀ ਮੁੱਚੀ ਭਾਈ ਮਨੀ ਸਿੰਘ ਜੀ ਨੇ ਅੰਗੁਸ਼ ਸ਼ਹੀਦ ਦੀ ਪਰਿਭਾਸ਼ਾ ਉਸ ਤਸਵੀਰ ਵਿੱਚ ਦੇਤੀ ਕਿ ਭਾਈ ਉਂਗਲ ਕੀ ਸ਼ਹੀਦ ਕਰਦਾ ਹੈ, ਮੈਂ ਤੈਨੂੰ ਦੱਸਾਂ ਬੰਦ ਸ਼ੁਰੂ ਕਿੱਥੋਂ ਹੁੰਦਾ। ਇਹ ਗੱਲ ਭਾਈ ਮਨੀ ਸਿੰਘ ਜੀ ਨੇ ਕਮਾ ਕੇ ਦਿਖਾਈ। ਕਥਨ ਕਹਿਣ ਤੇ ਮੁਕਤਾ। ਗੁਰਮੁਖ ਕੋਈ ਵਿਰਲਾ ਹੈ ਇਸ ਸੰਸਾਰ ਦੇ ਵਿੱਚ ਕਿ ਕਹਿਣ ਕਹਾਉਣ ਦੀ ਗੱਲ ਨਹੀਂ, ਉਹਨੇ ਚੁੱਪ ਕਰਕੇ ਕਮਾ ਲੈਣਾ ਗੁਰੂ ਦੇ ਬਚਨਾਂ ਨੂੰ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ ਇਹ ਵਾਲੀ ਅਵਸਥਾ। ਸਭ ਕਿਲਬਿਖ ਪਾਪ ਦੁਖ ਲਹਿ ਜਾਵੈ, ਫਿਰ ਚੜੇ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ। ਬਸ ਗੁਰਮੁਖ ਤੇ ਗੁਰੂ ਦੇ ਸਨਮੁਖ ਪਾਉਣ ਵਾਲਾ ਕੋਈ ਬਿਰਲਾ ਹੈ ਜੀ। ਗਤ ਆਵੇ ਗਤ ਕਛ ਨਦਰ ਨਾ ਆਇਆ, ਸੰਤਨ ਕੀ ਰੇਣ ਨਾਨਕ ਦਾਨ ਪਾਇਆ। ਗਤ ਮਤਲਬ ਹੈ ਮੁਕਤੀ, ਤੇ ਮੁਕਤੀ ਤੋਂ ਬਾਅਦ ਜਿਹੜੀ ਅਵਗਤ ਕਿ ਅਗਲੀ ਜਿਹੜੀ ਗੱਲ ਹੈ ਕਿ ਕੋਈ ਬੰਦਾ ਕਹਿ ਸਕਦਾ ਹੈ ਕਿ ਮੇਰੀ ਮੁਕਤੀ ਹੋਏਗੀ ਜਾਂ ਅਵਗਤ ਜਾਂ ਮੇਰੀ ਮੁਕਤੀ ਨਹੀਂ ਹੋਏਗੀ। ਇਹ ਕੋਈ ਕਿਸੇ ਨੂੰ ਨਹੀਂ ਕਹਿ ਸਕਦਾ। ਮੈਂ ਦਾਅਵਾ ਨਹੀਂ ਕਰ ਸਕਦਾ ਵੀ ਤੁਸੀਂ ਸਾਰੇ ਮੁਕਤ ਹੋ ਜਾਓਗੇ ਜਾਂ ਮੈਂ ਵੀ ਹੋ ਜਾਵਾਂਗਾ, ਜਾਂ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਅਸੀਂ ਸਾਰੇ ਨਹੀਂ ਹੋਵਾਂਗੇ। ਨਹੀਂ, ਮਹਾਰਾਜ ਜੀ ਕਹਿੰਦੇ ਗਦ ਅਵਗਤ ਕਛ ਨਜ਼ਰ ਨਾ ਆਇਆ। ਕੌਣ ਮੁਕਤ ਹੋਏਗਾ ਤੇ ਕੌਣ ਫਾਹੀ ਦੇ ਵਿੱਚ ਫਸਿਆ ਹੋਇਆ ਇਹ ਕੋਈ ਨਹੀਂ ਦੱਸ ਸਕਦਾ। ਇਹ ਤੇ ਫੈਸਲਾ ਪ੍ਰਭੂ ਦੇ ਹੱਥ ਹੈ, ਇਹ ਤੇ ਖੁਦਾਵੰਤ ਵਾਹਿਗੁਰੂ ਦੇ ਹੱਥ ਹੈ। ਹੋ ਸਕਦਾ ਇੱਥੇ ਬਾਹਰੋਂ ਸੀਸ ਨਿਵਾਉਣ ਵਾਲਾ ਸਾਨੂੰ ਲੱਗੇ ਕਿ ਵਾਹ ਇਹਦੇ ਵਰਗਾ ਨਿਮਰ ਕੌਣ ਹੋ ਸਕਦਾ ਨਿਮਰਤਾ ਦਾ, ਪਰ ਮਹਾਰਾਜ ਕਹਿੰਦੇ ਸੀਸ ਨਿਵਾਇਆ ਕਿਆ ਥੀਆ ਜਾਂ ਹਿਰਦੈ ਕੁ ਸੁੱਧਾ ਜਾਏ। ਹਿਰਦਾ ਤੇ ਪ੍ਰਭੂ ਵੇਖਦਾ ਹੈ ਨਾ। ਬਾਹਰੋਂ ਦਾਨ ਦੇਣ ਵਾਲਾ ਸਾਨੂੰ ਲੱਗਦਾ ਕਿ ਬਹੁਤ ਦਾਨੀ ਹੈ, ਪਰ ਮਹਾਰਾਜ ਜੀ ਕਹਿ ਸਕਦੇ ਆ ਕਿ ਅੰਦਰ ਕਿ ਸਤਿਆਂ ਮਨ ਸੰਤੋਖ ਉਪਜਾ ਦੇਣਾ ਕੇ ਵਿਚਾਰ ਦੇ ਮੰਗੈ, ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਕੌਣ ਮੁਕਤ ਹੋਏਗਾ ਤੇ ਕੌਣ ਨਹੀਂ ਮੁਕਤ ਹੋਏਗਾ ਇਸ ਬਾਰੇ ਕੋਈ ਨਹੀਂ ਕਿਹਾ। ਇਸ ਕਰਕੇ ਭਗਤਾਂ ਨੇ ਵੀ ਕਹਿਤਾ ਮੈਂ ਨਾਹੀਂ ਕਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਬਸ ਤਰਲਾ ਲਿਆ ਹੱਥ ਜੋੜ ਕੇ, ਅਵਸਰ ਲੱਜਾ ਰਾਖ ਲਿਓ ਕਿ ਬਸ ਮੈਂ ਨਹੀਂ ਚਾਹੁੰਦਾ ਕਿ ਮੇਰੀ ਬਦਨਾਮੀ ਹੋਏਗੀ, ਕਿ ਰੱਬ ਕੋਈ ਇਹ ਨਾ ਕਹੇ ਕਿ ਸਦਨਾ ਨਹੀਂ ਤੇ ਰੱਬ ਦਾ ਨਾਮ ਜਪਿਆ ਸੀ ਫਿਰ ਵੀ ਉਹ ਪਾਪ ਵਾਲੇ ਰਸਤੇ ਤੇ ਤੁਰ ਪਿਆ। ਬਸ ਤੂੰ ਮੈਨੂੰ ਬਚਾ ਲਈ, ਮੇਰਾ ਅਵਸਰ ਰੱਖ ਲਈ ਤੇ ਮੇਰੀ ਲੱਜਾ ਰੱਖ ਲਈ। ਤੂੰ ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਕਿਸੇ ਭਗਤ ਨੇ ਕਿਸੇ ਦੇ ਵੱਲ ਉਂਗਲ ਕਰਕੇ ਨਹੀਂ ਕਹੀ ਕਿ ਤੁਸੀਂ ਨਹੀਂ ਹੋਵੋਗੇ। ਹਾਂ, ਜਦ ਆਪ ਅਵਸਥਾ ਤੇ ਪਹੁੰਚ ਗਏ ਫਿਰ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਕਿਹਾ ਕਿ ਅਬ ਕਬ ਜਬ ਤਬ ਤੂੰ ਹੀ
कि हुण ते मैनू सारे पासे रब दिसदा है। ते कहंदे दिखाओ, कबीर साहब कहंदे इवें थोड़ी, कहो कबीर अब जानिया, जब जानिया तो मन मानिया। गली बाती थोड़ी दिखाया जाता है, ये तो कमाई है। ये तो कोई इस रस्ते ते तुरेगा कि मन माना लोग ना भतीजा, ना भतीजा तो क्या कीजिए। इस शब्द की कथा कई घंटिया की है। मैं जब ये शब्द बारे अज पढ़िया, सच्ची कोई दावा नहीं, 4 वारी 5 वारी 6 वारी ये अर्थ पढ़े, फिर भी ये अर्थ पकड़ दे विच नहीं आ रहे थे। फिर हुण आके थोड़ा जिहा अरदास की, सच्चे पातशाह जी तुसी कराओ। ये नहीं कि पहले भी सतगुरु ने अर्थ कराए, हुण भी। और ये मैं पहली गल आप जी नूं कहती सी बेनती कि जिहड़ी पहली कथा हुई है ना, उहदे नाल कदी भी मिलाया नहीं जा सकता। जो गुरु ने करा ली, हुण होर चीज़ है। हुण सतगुरु जी होर कराउणगे। ये नीत नवी बात है। गत अवगत कछ नज़र ना आया, किसी नूं ये नहीं दिस सकता किहड़ा मुक्त हो रहा, किहड़ा ना मुक्त हो रहा। इस गल वल किसी का ध्यान नहीं। महाराज जी कहते कोई दस नहीं सकता। संतन की रेण नानक दान पाया। कोई संत जना की रेणुका हो जाए, कोई भाई सदने की तरह हो जाए, भगत नाम दे वर्गा हो जाए। 15 भगत है, उन्होंने पूछिए असीं। भगत रविदास वर्गा हो जाए, कोई सब कुछ त्याग के भगत बेणी जी वर्गा हो जाए। कोई विरला है जिहड़ा अपना आप अहंग त्याग के बंदगी करे। नानक दान पाया, उन्हें नाम की दात हासिल की है जी। राग महला पंजवा हर सतवा हीरे परोसे प्यारे। मैं लाड लड़ाया भूले चूके बारिक, तू हर पिता माया। श्री राग महला पंजवा घर सतवां बहुत प्यारा शब्द है। आप संगतां नूं ये कंठ भी है। तेरा भरोसा है प्यारे, मैं लाड लड़ाया। लाड का मतलब इस जीवन के दिनों नूं मैं प्रेम दे विच बतीत कर रहा। दुनिया भावें दुखां 'च होए, भावें मैं भी दुखां 'च होवां, पर मैनूं ये तो भरोसा है ना कि सच्चे पातशाह मेरे सिर उत्ते तू खसम वड्डा बैठा होया, मैनूं सांभण वाला तू है, मेरी टेक है, मेरा आधार है, मेरा आसरा है, मेरा सब कुछ है। ये है भरोसा। तेरा भरोसा है प्यारे, तेरे भरोसे दे विच मैं वाहिगुरू जी लाड लड़ाया। लाड किनूं कहा जाता है? जब एक माँ अपनी औलाद नाल लाड लड़ाउंदी है, जब औलाद सुती हुंदी है ना, फिर माँ नूं जिहड़ा लाड अपने औलाद नूं, अपनी पुत्तां धीआं नूं वेख के आउंदा है, उसनूं कोई लफ्ज़ बयान नहीं कर सकते। इसी तरह जिहड़े भगत होंदे ने, वो जद अनंत ध्यान दे विच जुड़दे ने, ते जद उन्हां नूं वाहिगुरू उत्ते लाड आउंदा है, वो भी दस्सिया नहीं जा सकता। प्रभु नाल प्रेम की अवस्था भगत। हुण 15 भगतां फिर गल भगत दी आए। धन धन भाग तिना भगत जना, हर नामा हर मुख कहते हैं। वड्डे भाग आखे ने भगत जना दे, ते भगतां ने प्रेम कीता। भगत रविदास जी ने प्रीत की गल की, मेरी प्रीत गोबिंद सिंह, और ये प्रीत इन्नी डूंगी की। मीन पकर फांक्यो अर काटियो, रांद कियो बहुबानी, खंड खंड कर भोजन कीनो, तौ ना बिसरो पानी। इन्ना प्रीत डूंगा प्रेम है, इन्ना डूंगा। तेरा भरोसा प्यारे, मैं लाड लड़ाया। भूले हैं चूके हैं बारिक, असी तेरे पुत्र धियां हैगियां, भुलणहार हाँ। असी चुके हैं, बार बार भुल करांगे, पर महाराज जी तू हर पिता माया। माया इत्थे मां नूं आख्या, तू माँ बाप की तरह सानू फिर बचा लेगा, ताती वाओ तो फिर रख लेगा। जिमें बच्चे नूं नहीं पता हुंदा कि रंग वेख के वो हथ पाउंदा है, पर अगे अग हुंदी है, माँ खिच के धू के कहती है किथे, बच्चा रोन लग जाता है, माँ डांटती है, पर बच्चे नूं थोड़ी पता है कि मैं गलती कर रहा सड़ जा। इवें सतगुर जी असी विकारां वाल हथ पाउंदे हां, सानू नहीं पता ये विकार किन्ने धानक ने, पर साडे सिर ते तू हर पिता माया, माई बाप की तरह तू साडे सिर ते है। यही भरोसा मैनू है। इसी भरोसे दे विच मैं लाड़ दे विच अपने दिन बतीत कर रहा। मैं अपनी जिंदगी दे आनंदमई दिनां नूं बतीत कर रहा हाँ जी। सुहेला कहन कहावन
तेरा बिखम पावन रहाओ। सुहेला मतलब सौखा है कि ये कह देना कि वाहिगुरु जी का भाणा मन लीए, ये कह देना सौखा है तेरा किया मीठा लागै, हर नाम पदार्थ नानक मांगै। सुहेला कहन कहा मन, बड़ा सौखा है। कोई कह देना नाम जप लो, जप लांगे जी। महाराज कहते आखण औखा साचा नाम। असी कहते जी चौकड़ा लाइए ध्यान दे विच टिकीए, पर ये तो बिखम है, खनियो तिखी वालों निकी एत मार्ग जाना। असी कहते घट बोलीए, बोलांगे जी। घट बोलना सौखा है, बहुत बोलना बहुत सौखा है, घट बोलना बहुत औखा है। ये संजीदगी जिहड़ी है ना, मुरदा होए मुरीद ना गल्ली होवना, साबर सिदक शहीद परमपो होवना, ये संजीदगी किसी विरले विच आउंदी है। ये बड़ा औखा मार्ग है। इस करके सुहेला कहन कहावन, तेरा बिखम भावन। पर जिवें तुहानूं चंगा लगदा है, ये बड़ा औखा है मार्ग। ते दूसरे अर्थ जो तुहाडा भाणा है, ये कह देना कि तुहाडा भाणा मन लैंदे आ, पर भाणा मनना सच्ची मुची अलूणी सिल चट्टण दे बराबर है। एक कोई विरला ही सिर दे के मंदा है रहाओ। हाँ मान तान करो तेरा, हाँ जानो आपा, सब ही मध सबह ते बाहर, बेमोताज बापा। ये शब्द कंठ भी है, इस करके ध्यान नाल इन्हां अर्थां नूं समझीए असी, ताकि ये अर्थ भी साडी जीवन रोह रीत का हिस्सा बन जाना। हाँ मतलब मैं, मान तान करूँ तेरा, मेरी ताकत ते मेरी इज्जत वाहिगुरू तू है, मैनू मान सिर्फ तेरा ही है। तू ये असी पढ़ते हैं कि मैं तान दीवान तू है मेरे स्वामी, तू ही है बस। हाँ मान तान, तान कहते ताकत, करूँ तेरा, तेरा ही है मैनू। हाँ जानो आपा, मैं अपना तेनू जान लिया वाहिगुरू। जिन्हां दे मन विच हजे भी वाहिगुरू जी दे लई, गुरु लई, गुरु ग्रंथ साहब लई, शब्द लई बेगानगी है ना, कि बेगानापन है, ये वो प्रेम वो लाड नहीं जान सकते। ये लाड तो इन्ना नज़दीक है जिमें माँ बाप का अपनी औलाद नाल होंदा है, बस इन्ना नज़दीक है। इनू दसिया नहीं जा सकता। जिमें एक फिल्म का रोल होए, एक एक्ट्रेस नू बुलाया जाए भी तू माँ का रोल करना है, पर वो एक्ट्रेस कुआरी होए, उन्होंने पता ही ना होए कि परसून की पीड़ा की होंदी है, बच्चे नू जमना की होंदा है, बच्चे नाल स्नेह की होंदा है। तू रोना है तो तू एक्टिंग करनी है, तेरी गोद विच बच्चा है तो बच्चा खो के कोई लै जाएगा। वो कहती ठीक है मैं करांगी, उन्होंने नकली हंजू भी पाते जाते अखां 'च, तो फिर बच्चा किसी माँ नू बुलाया जाता भी तुसी अपना बच्चा दिओ, थोड़ी देर वास्ते एक्टिंग करवानी है। माँ तैयार हो जाती है अपने बच्चे नू देण वास्ते, तो माँ नू कहंदे तुसी पिछे खड़े हो जाओ, इत्थे एक्टिंग होनी है, शूटिंग होनी है, तो तुसी दूरों रहो, तुसी नहीं आउणा विच। तुहाडे बच्चे नू ये खिंच के लैके जाणगे, तो जिहड़ी एक्ट्रेस है ये रोएगी, तो बस तुहानू तुहाडा बच्चा वापस दे दांगे। वो मन जाती है, वो पिछे खड़ी हो जाती है। हुण जिहड़ी एक्ट्रेस उन्हें बच्चा चकिया होया तो उत्थे कोई आउंदा ते बच्चे नू खिच्चदा, वो नकली हंजू रोंदी है, पर जद बच्चा खिंचिया जाता है, वो माँ जिहड़ी सच्ची उस बच्चे की माँ है, वो दूर खड़े भी भुब्बा मार के रो पैंदी है। हुण उहनूं पुछिए होया कि बस आ जिहड़ा खिच है ना, वो नकली रोना करेगी एक्ट्रेस, पर वो जिहड़ी दूर खड़ी होया कुछ भी नहीं, सिर्फ शूटिंग हो रही है, पर वो जद बच्चा खिंचा गया तो वो ढाह मार के रोन लग गई, क्योंकि उन्हें उहदा अंग है। इवें कोई समझे कि असी प्रभु दे विचों ही आए हैं, असी वो साडा अपना है, तो वो इवें ही लाड लडाउंदा है बिल्कुल प्रेम दे विच। बस ये वाली भावना है कि जब बच्चे नू कुछ होंदा है तो माँ वल भजदा है, भावें 80 साल उम्र हो जाए ना, मूँह तो माँ ही निकलता है, हे माँ ही निकलता है। आह वाली अवस्था महाराज जी कहते हाँ जानो आपा, आपा अपना, आपा नहीं पढ़ना, आपा मैं अपना जानिया तेनू, सब ही मध सब दे अंदर, सब है ते बाहर, ते सारियां दे बाहर भी तू है ते अंदर भी तू है। बेमोताज बापा, ते जिन्नू किसी दी मोहताजगी नहीं, तू उस तरह का वड्डा है, तू ते उस तरह का तू वड्डा पिता है। सारियां दे सिर दे उत्ते बापा का मतलब पिता, बेमोताज है जी। पिता हाँ जानो नाही, तेरी कवन जुगता, बंधन मुक्त संतो
ਮੇਰੀ ਰਾਖੈ ਮਮਤਾ। ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ। ਇੱਥੇ ਪ੍ਰੋਫੈਸਰ ਸਾਹਿਬ ਸਿੰਘ ਦੇ ਜਿਹੜੇ ਅਰਥ ਨੇ ਉਹ ਇਹ ਨੇ ਕਿ ਸਾਨੂੰ ਨਹੀਂ ਪਤਾ ਵਾਹਿਗੁਰੂ ਤੁਸੀਂ ਕਿਵੇਂ ਪ੍ਰਸੰਨ ਹੋ ਕੇ ਸਾਨੂੰ ਪਿਆਰ ਕਰੋਗੇ, ਕਿਵੇਂ ਪ੍ਰਸੰਨ ਹੋਗੇ। ਭਾਈ ਵੀਰ ਸਿੰਘ ਨੇ ਇੱਥੇ ਅਰਥ ਕੀਤੇ ਨੇ ਜੁਗਤਾ ਦੇ ਚੋਜ ਕਿ ਮਤਾ ਕਰੈ ਪੱਛਮ ਕਹਿ ਤਾਹੀ ਪੂਰਬ ਹੀ ਲੈ ਜਾਵਤ, ਕਿ ਕੋਈ ਨਹੀਂ ਸਮਝ ਸਕਦਾ। ਇੱਥੇ ਤੱਕ ਹਰ ਕੀ ਗਤ ਨਾ ਕੂ ਜਾਣੈ ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ। ਗੁਰੂ ਤੇਗ ਬਹਾਦਰ ਸਾਹਿਬ ਜੀ ਪਿਤਾ ਵਿਸ਼ਰਾਮ ਅਰਧ ਵਿਸ਼ਰਾਮ ਦੇ ਕੇ ਪਿਤਾ ਹੋਂ ਜਾਨੋ ਨਾਈ, ਜਿਵੇਂ ਭਾਈ ਸਾਹਿਬ ਜੀ ਨੇ ਇਸ਼ਾਰਾ ਕੀਤਾ ਪੜ੍ਹ ਕੇ, ਪਿਤਾ ਹੋਂ ਜਾਨੋ ਨਾਈ ਇਕੱਠਾ ਨਹੀਂ, ਪਿਤਾ ਮੇਰੇ ਅੱਬਾ ਹੋਂ ਜਾਨੋ ਨਾਹੀ ਤੇਰੀ ਕਵਨ ਜੁਗਤਾ। ਇਸ ਪ੍ਰੇਮ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਗੱਲਾਂ ਕਰ ਰਹੇ ਨੇ ਸੱਚੇ ਪਿਤਾ ਵਾਹਿਗੁਰੂ ਨਾਲ। ਬੰਧਨ ਮੁਕਤ ਸੰਤੋ ਮੇਰੀ ਰਾਖੈ ਮਮਤਾ। ਇੱਥੇ ਸਮਝਿਓ ਅਰਥਾਂ ਨੂੰ। ਬੰਧਨ ਮੁਕਤ ਸੰਤੋ ਸੰਤ ਜਨਾਂ ਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਾਉਂਦਾ ਹੈ। ਮੇਰੀ ਰਾਖੈ, ਇੱਥੇ ਰਾਖੈ ਦਾ ਮਤਲਬ ਕੀ ਹੈ? ਰਾਖਾ ਏਕ ਹਮਾਰਾ ਸੁਆਮੀ। ਰਾਖੈ ਦਾ ਮਤਲਬ ਮੇਰੀ ਰੱਖਿਆ ਕਰਨ ਵਾਲਾ ਹੈ। ਕਿਸ ਤੋਂ ਕਰਨ ਵਾਲਾ ਹੈ? ਅਗਲਾ ਬਚਨ ਕੀ ਹੈ? ਮਮਤਾ। ਤੇ ਮਮਤਾ ਕਿਹਨੂੰ ਕਿਹਾ ਇੱਥੇ? ਮਾਇਆ ਨੂੰ। ਤੁਸੀਂ ਸੰਤ ਜਨਾਂ ਨੂੰ ਵੀ ਰੱਖਣ ਵਾਲੇ ਹੋ ਤੇ ਮੈਨੂੰ ਵੀ ਵਿਸ਼ਵਾਸ ਹੈ, ਮੈਨੂੰ ਵੀ ਇਸ ਮਾਇਆ ਦੇ ਗੁੱਪ ਜਿਹੜੇ ਹਨੇਰੇ ਤੋਂ ਅੰਧਕਾਰ ਤੋਂ ਰੱਖਿਆ ਕਰਨ ਵਾਲੇ ਰੱਖਿਆ ਕਰੋ ਗੁਸਾਈ ਮੇਰੇ। ਮੈਂ ਨਾਮ ਤੇਰਾ ਆਧਾਰ ਬਾਬਾ ਬਿਖ ਦੇਖਿਆ ਸੰਸਾਰ। ਤੁਸੀਂ ਰੱਖਿਆ ਕਰਨ ਵਾਲੇ ਹੋ ਜੀ। ਭਏ ਕਿਰਪਾਲ ਠਾਕੁਰ ਜਪੋ ਰਹਿਓ ਆਵਣ ਜਾਣਾ, ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ। ਜਿਹਦੇ ਉੱਤੇ ਵਾਹਿਗੁਰੂ ਕਿਰਪਾਲ ਹੋ ਜਾਣ ਨਾ, ਉਹਦਾ ਜਨਮ ਮਰਨ ਵਾਹਿਗੁਰੂ ਕੱਟ ਦਿੰਦੇ ਨੇ। ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਤੇ ਸੰਗਤ ਰਾਹੀਂ ਗੁਰੂ ਦੀ ਸੋਝੀ ਆਉਂਦੀ ਹੈ ਤੇ ਗੁਰੂ ਨੂੰ ਮਿਲ ਕੇ ਗੁਰੂ ਦੇ ਦੀਦਾਰ ਕਰਕੇ ਸ਼ਬਦ ਦੀ ਸੋਝੀ ਨਾਲ ਪਾਰ ਬ੍ਰਹਮ ਪਰਮੇਸ਼ਵਰ ਦੀ ਪਛਾਣ ਹੁੰਦੀ ਹੈ ਜੀ। ਸ੍ਰੀ ਰਾਗ ਮਹਿਲਾ ਪੰਜਵਾ। ਘਰ ਪਹਿਲਾ ਸੰਤ ਜਨਾ ਮਿਲ ਪਾਈਆ, ਕੱਟੜਿਆ ਜਮ ਕਾਲ। ਸੱਚਾ ਸਾਹਿਬ ਮਨ ਉਠਾ, ਹੋਆ ਖਸਮ ਦਇਆਲ। ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਸੰਤ ਜਨਾ ਮਿਲ ਭਾਈਆ, ਕੱਟੜਿਆ ਜਮਕਾਰ। ਕਿ ਸੰਤ ਜਨਾਂ ਦੇ ਨਾਲ ਮਿਲ ਕੇ ਭਾਈ ਜਨੋ ਮੇਰੇ ਭਰਾਵਾ, ਤੇਰਾ ਜਮਾਂ ਦਾ ਜਿਹੜਾ ਰੋਗ ਹੈ, ਜਮਾਂ ਦੀ ਫਾਈਆਂ ਕੱਟੀਆਂ ਜਾਣਗੀਆਂ। ਸੱਚਾ ਸਾਹਿਬ ਮਨ ਵੁੱਠਾ, ਵੁੱਠਾ ਮਤਲਬ ਵਸ ਜਾਣਾ। ਹੋਆ ਖਸਮ ਦਿਆਲ, ਵਾਹਿਗੁਰੂ ਤੁਹਾਡੇ ਤੇ ਦਿਆਲ ਹੋਣਗੇ। ਸੰਗਤ ਵਿੱਚ ਬੈਠੇ ਆ ਭਾਈ ਜਨਾਂ ਦੀਆਂ, ਸੰਤ ਜਨਾਂ ਦੀਆਂ, ਸਾਧ ਸੰਗਤ ਦੀਆਂ ਸੰਗਤ ਵਿੱਚ ਬੈਠਣ ਨਾਲ ਸੰਤ ਜਨਾਂ ਦੀ ਇਹ ਬਹੁਤ ਸੋਹਣੀ ਜਿਹੜੀ ਬਿਰਤੀ ਸੰਗਮ ਹੈ, ਇਹਦੇ ਵਿੱਚ ਬੈਠਣ ਨਾਲ ਬੜਾ ਸੁੱਖ ਮਿਲਦਾ। ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਸਤਿਗੁਰ ਜੀ ਦੇ ਦੀਦਾਰ ਕੀਤਿਆਂ, ਸਤਿਗੁਰ ਜੀ ਦੇ ਨਾਲ ਸੋਝੀ ਪਾਇਆ, ਗਿਆਨ ਦੀ ਬਿਰਤੀ ਨੂੰ ਹਾਸਲ ਕੀਤਿਆਂ, ਇਹਨੂੰ ਕਿਹਾ ਸਤਿਗੁਰ ਭੇਟਿਆ, ਦੀਦਾਰ ਕਿਹਾ। ਬਿਨਸਿਆ ਸਭ ਜੰਜਾਲ, ਸਾਰੇ ਜੰਜਾਲ, ਸਾਰੇ ਫਾਹੀ, ਸਾਰੇ ਮੋਹ ਮਮਤਾ ਦੇ ਜਿਹੜੇ ਰੋਗ ਸੋਗ ਨੇ ਸਭ ਦੂਰ ਹੋ ਗਏ ਜੀ। ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ, ਤੇਰੇ ਦਰਸ਼ਨ ਕਉ ਬਲਹਾਰਣੈ। ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ। ਸਤਿਗੁਰ ਜੀ ਅੱਗੇ ਬੇਨਤੀ ਕਰਦੇ ਨੇ, ਮੇਰੇ ਪਿਆਰੇ ਸਤਿਗੁਰ ਜੀ, ਮੇਰੇ ਸਤਿਗੁਰਾ ਹੋਂ ਤੁਧ ਵਿਟੋਂ ਕੁਰਬਾਨ। ਮੈਂ ਕੁਰਬਾਨ ਹਾਂ ਤੁਹਾਡੇ ਤੋਂ, ਬਲਹਾਰ ਹਾਂ ਮੈਂ, ਤੇਰੇ ਦਰਸ਼ਨ ਕੋ ਬਲਹਾਰਣਾ। ਤੁਸ, ਤੁਸ ਦਾ ਮਤਲਬ ਤਰੁੱਠਣਾ। ਤੁਸ ਦਿੱਤਾ ਅੰਮ੍ਰਿਤ ਨਾਮ, ਤੁਸੀਂ ਤਰੁੱਠ ਕੇ ਮੇਰੇ ਵਰਗੇ ਸੰਗ ਦਿਲ ਨੂੰ ਵੀ, ਮੇਰੇ ਵਰਗੇ ਕੂਕਰ ਹਰਕਾਏ ਨੂੰ ਵੀ। ਏਤੇ ਕੂਕਰ ਹੋਂ ਬੇਗਾਨਾ ਭੌਕਾਂ ਇਸ ਤੰਤਾਈ। ਭਗਤਹੀਨ ਨਾਨਕ ਜੇ ਹੋਏਗਾ ਤੋ ਖਸਮੈ ਨਾਉ ਨਾ ਜਾਈ। ਭਗਤਹੀਨ ਹੋ ਕੇ ਵੀ ਤੁਸੀਂ ਮੇਰੇ ਤੇ ਰਹਿਮ ਕੀਤੀ ਹੈ,
ਤੁਸੀਂ ਤਰੁੱਟ ਕੇ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਹੈ। ਰਾਹਾਓ ਜਿਨ ਤੂੰ ਸੇਵਿਆ ਭਾਉ ਕਰ, ਸਈ ਪੁਰਖ ਸੁਜਾਨ। ਤਿਨਾ ਪਿਛੈ ਛੁੱਟੀ ਹੈ, ਜਿਨ ਅੰਦਰ ਨਾਮ ਨਿਧਾਨ। ਗੁਰ ਜੀਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਜਿਨ੍ਹਾਂ ਨੇ ਤੁਹਾਨੂੰ ਪ੍ਰੇਮ ਕਰਕੇ ਧਿਆਇਆ ਹੈ ਉਹ ਸੁਜਾਨ ਸਿਆਣੇ ਪੁਰਖ ਹੋਏ ਨੇ। ਉਹਨਾਂ ਦੀ ਸੰਗਤ, ਉਹਨਾਂ ਦੇ ਮਾਰਗ ਤੇ ਤੁਰਿਆ, ਉਹਨਾਂ ਦੇ ਪਿੱਛੇ ਤੁਰਿਆ ਕਿ ਹਰ ਕੇ ਸੰਤ ਬਤਾਵੋ ਮਾਰਗ ਹਮ ਪਿਛੈ ਲਾਗ ਚਲੀ। ਤਿਨਾ ਪਿੱਛੇ ਛੁੱਟੀ ਹੈ, ਜਿਨ੍ਹਾਂ ਅੰਦਰ ਨਾਮ ਨਿਧਾਨ। ਉਹਨਾਂ ਦੀ ਸੰਗਤ ਕੀਤਿਆਂ ਸਾਡਾ ਵੀ ਪਾਰ ਉਤਾਰਾ ਹੈ। ਗੁਰ ਜੀਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮ ਦਾਨ। ਜੀਵਨ ਦਾਨ ਹੈ, ਆਤਮਾ ਦਾ ਦਾਨ ਹੈ। ਨਾਮ ਦਾਨ ਸਭ ਤੋਂ ਕੀਮਤੀ ਦਾਤ ਹੈ। ਸ਼ਬਦ ਦੀ, ਗਿਆਨ ਦੀ ਦਾਤ, ਇਹ ਜੀਵਨ ਦੀ ਦਾਤ ਜਿਹਦੀ ਕੀਮਤ ਨਹੀਂ। ਸਵਾਸਾਂ ਦੀ ਕੀਮਤ ਕੋਈ ਨਹੀਂ ਦੇ ਸਕਦਾ। ਆਤਮ ਹੀ ਸਵਾਸ ਜੀਵਨ ਹੈ, ਤੇ ਇਹ ਨਾਮ ਦਾ ਦਾਨ ਵੀ ਆਤਮ ਦਾਨ ਬੇਸ਼ਕੀਮਤੀ ਦਾਨ ਹੈ। ਇਸ ਜੀਵਨ ਦੀ ਦਾਤ ਦੇਣ ਵਾਲਾ ਵਾਹਿਗੁਰੂ ਹੀ ਹੈ। ਇਸ ਵਾਹਿਗੁਰੂ ਤੋਂ ਬਲਹਾਰ ਜਾਈਏ। ਜਿਹੜਾ ਇਹ ਦਾਤ ਦਿੰਦਾ ਵਾਹਿਗੁਰੂ, ਇਹਦੇ ਵਰਗੀ ਕੋਈ ਹੋਰ ਦਾਤ ਕਿੱਥੋਂ ਪ੍ਰਾਪਤ ਨਹੀਂ ਹੋ ਸਕਦੀ ਜੀ। ਆਏ ਸੇ ਪਰਵਾਨ ਹੈ, ਜਿਨ ਗੁਰ ਮਿਲਿਆ ਸੁਪਾਏ। ਸੱਚੇ ਸੇਤੀ ਰਤਿਆਂ, ਦਰਗਾਹ ਬੈਸਣ ਜਾਏ। ਕਰਤੇ ਹੱਥ ਵਡਿਆਈਆਂ, ਪੂਰਬ ਲਿਖਿਆ ਪਾਏ। ਉਹ ਪ੍ਰਵਾਨ ਹੋ ਗਏ, ਉਹਨਾਂ ਦਾ ਆਉਣਾ ਸਫਲ ਹੋ ਗਿਆ। ਜਿਨ੍ਹਾਂ ਨੂੰ ਪ੍ਰੇਮ ਦੇ ਵਿੱਚ ਗੁਰੂ ਨੂੰ ਧਿਆਉਣ ਦਾ ਇੱਥੇ ਮੌਕਾ ਮਿਲ ਗਿਆ। ਗੁਰੂ ਨੇ ਬਖਸ਼ਿਸ਼ ਕਰਕੇ ਆਪਣਾ ਆਪ ਧਿਆਉਣਾ ਉਹਨਾਂ ਨੂੰ ਬਖਸ਼ਿਆ। ਇਹਨੂੰ ਕਿਹਾ ਆਏ ਸੇ ਪ੍ਰਵਾਨ ਹੈ, ਜਿਨ ਗੁਰ ਮਿਲਿਆ ਸੁਪਾਏ। ਕਿ ਪ੍ਰੇਮ ਦੇ ਵਿੱਚ ਜਿਹੜੇ ਇੱਥੇ ਆ ਕੇ ਧਿਆਉਂਦੇ ਨੇ ਉਹਨਾਂ ਨੂੰ ਪ੍ਰਵਾਨ ਆਖਿਆ। ਸੱਚੇ ਸੇਤੀ ਰਤਿਆਂ, ਦਰਗਾਹ ਬੈਸਣ ਜਾਏ। ਇੱਥੇ ਵੀ ਉਹ ਮਾਣ ਖੱਟਦੇ ਨੇ, ਪ੍ਰਭੂ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲਦਾ। ਕਰਤੇ ਹੱਥ ਵਡਿਆਈਆਂ, ਪੁਰਬ ਲਿਖਿਆ ਪਾਏ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਦੇ ਹੱਥ ਇਹ ਵਡਿਆਈ ਹੁੰਦੀ ਹੈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇ। ਇਹ ਤੇ ਆਪ ਪ੍ਰਭੂ ਦੇਣ ਵਾਲਾ। ਪੂਰਬ ਲਿਖਿਆ ਆਏ, ਜਿਨ੍ਹਾਂ ਨੇ ਪੂਰਬਲੇ ਕਰਮ ਚੰਗੇ ਕੀਤੇ ਨੇ ਉਹਨਾਂ ਨੂੰ ਇਹ ਦਾਤ ਮਿਲਦੀ ਹੈ ਜੀ। ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ। ਸੱਚੋ ਸੱਚ ਵਖਾਣੀਐ, ਸੱਚੋ ਬੁੱਧ ਵਿਵੇਕ। ਸਰਬ ਨਿਰੰਤਰ ਰਵ ਰਹਿਆ, ਜਪ ਨਾਨਕ ਜੀਵੈ ਏਕ। ਸੱਚ ਕਰਤਾ ਸੱਚ ਕਰਨਹਾਰ। ਵਾਹ, ਸੱਚੇ ਪਾਤਸ਼ਾਹ ਤੁਸੀਂ ਕਰਤੇ ਹੋ ਤੇ ਕਰ ਰਹੇ ਹੋ, ਕਰਨ ਵਾਲੇ ਹੋ। ਸੱਚ ਸਾਹਿਬ ਸੱਚ ਟੇਕ। ਸੱਚਾ ਸਾਹਿਬ ਵੀ ਤੂੰ ਹੈ ਤੇ ਤੇਰੀ ਟੇਕ ਹੀ ਸੱਚੀ ਹੈ। ਬਾਕੀ ਸਭ ਜਗਤ ਮੈਂ ਝੂਠੀ ਦੇਖੀ ਪ੍ਰੀਤ। ਇੱਕੋ ਹੀ ਸਹਾਰਾ ਸੱਚਾ ਹੈ। ਸੱਚੋ ਸੱਚ ਵਖਾਣੀਆਂ, ਸੱਚੋ ਬੁੱਧ ਵਿਵੇਕ। ਜਗਤ ਦੇ ਵਿੱਚ ਕਰਨ ਵਾਲਾ ਉਹ ਵੱਖਰਾ ਹੈ। ਤੇ ਮਹਾਰਾਜ ਜੀ ਕਹਿੰਦੇ ਇਸ ਧਰਤੀ ਦੇ ਵਿੱਚ ਕੋਈ ਵਿਰਲਾ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਇਵੇਂ ਜਾਣਦਾ ਜਿਹਦੇ ਅੰਦਰ ਇਹ ਬੁੱਧੀ, ਇਹ ਵਿਵੇਕ, ਇਹ ਗਿਆਨ ਟਿਕਦਾ। ਨਹੀਂ ਤੇ ਇੱਥੇ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਤੇ ਰਹੇ ਹਾਂ, ਪਰ ਬੁੱਧ ਵਿਵੇਕ ਸਾਡੇ ਕਿਸੇ ਵਿਰਲੇ ਦੇ ਅੰਦਰ ਹੀ ਹੈ। ਇਹਨੂੰ ਸਾਹਿਬ ਜੀ ਕਹਿੰਦੇ ਸੱਚੋ ਸੱਚ ਵਖਾਣੀ ਹੈ। ਸੱਚੋ ਬੁੱਧ ਵਿਵੇਕ, ਉਹਦਾ ਸਿਮਰਨ ਕਰਨਾ। ਕੋਈ ਵਿਰਲੀ ਵਿਵੇਕ ਬੁੱਧ ਦੀ ਹੀ ਇਹ ਅੰਦਰ ਦੀ ਦਾਤ ਹੈ, ਉਹਦੀ ਅੰਦਰ ਦੀ ਬਖਸ਼ਿਸ਼ ਹੈ। ਸਰਬ ਨਿਰੰਤਰ ਰਬ ਰਿਹਾ, ਜਪ ਨਾਨਕ ਜੀਵੈ ਏਕ। ਬੜੀ ਵੱਡੀ ਬਖਸ਼ਿਸ਼ ਹੈ। ਸਾਰਿਆਂ ਵਿੱਚ ਵਰਤਦਾ ਹੋਇਆ, ਵਸਿਆ ਹੋਇਆ ਵਾਹਿਗੁਰੂ ਸਭ ਥਾਈਂ ਹੈ। ਪਰ ਜੇ ਸਾਨੂੰ ਜੀਵਨ ਮਿਲਿਆ, ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਭਾਏ ਰਾਮ। ਜਪ ਨਾਨਕ ਜੀਵੈ ਏਕ। ਇੱਕ ਪ੍ਰਭੂ ਨੂੰ ਧਿਆ ਕੇ ਹੀ ਜੀਵਨ ਮਿਲਦਾ। ਇਸ ਤੋਂ ਬਿਨਾਂ ਆਤਮਿਕ ਮੌਤ ਹੈ। ਇੱਥੇ ਸਮੇਂ ਦੀ ਸਮਾਪਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਆਪ ਸੰਗਤਾਂ ਦਾ ਧੰਨਵਾਦ, ਭਾਈ ਸਾਹਿਬ ਜੀ ਦਾ ਧੰਨਵਾਦ ਹੈ ਜੀ। ਭਾਈ ਸਾਹਿਬ ਭਾਈ ਮਨੀਆਂ ਜੀ, ਫਿਰ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਵਾਪਸ ਆਏ ਨੇ ਭਾਈ ਮਨੀ ਸਿੰਘ ਜੀ ਨਾਲ, ਇਹਨਾਂ ਨੇ 1699 ਦੀ ਵਿਸਾਖੀ 'ਚ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਖੰਡੇ ਬਾਟੇ ਦੀ ਪਹੁਲ ਛਕੀ ਹੈ। ਅਤੇ ਜਿੱਥੇ ਇਹ ਸਾਰੇ 11 ਭਰਾ ਸ਼ਹੀਦ ਨੇ, ਇਹਨਾਂ ਦੇ
ਨਾਲ ਇਹਨਾਂ ਦੇ 5 ਪੁੱਤਰਾਂ ਨੇ ਵੀ, ਭਾਈ ਸਾਹਿਬ ਭਾਈ ਮਨੀ ਸਿੰਘ ਦੇ 5 ਪੁੱਤਰਾਂ ਨੇ ਵੀ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਲਈ। ਇਹਨਾਂ ਦੇ ਵੱਡੇ ਪੁੱਤਰ ਬਚਿੱਤਰ ਸਿੰਘ ਜੀ, ਦੂਜੇ ਪੁੱਤਰ ਉਦੈ ਸਿੰਘ, ਤੀਜੇ ਅਜੈ ਸਿੰਘ, ਅਜਬ ਸਿੰਘ, ਅਜੈਬ ਸਿੰਘ। ਇਹ 5 ਪੁੱਤਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ, ਇਹ ਸਾਰੇ ਸ਼ਹੀਦ ਨੇ, ਜਿਨ੍ਹਾਂ ਦੇ ਵਿੱਚ ਬਚਿੱਤਰ ਸਿੰਘ, ਉਦੈ ਸਿੰਘ, ਅਜੈ ਸਿੰਘ, ਅਜਬ ਸਿੰਘ, ਅਜੈਬ ਸਿੰਘ। ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ 1699 ਦੀ ਵਿਸਾਖੀ 'ਚ ਤੇ ਅੰਮ੍ਰਿਤ ਛਕਿਆ, ਖੰਡੇ ਬਾਟੇ ਦੀ ਪਹੁਲ ਲਈ ਤੇ ਸ਼ਹਾਦਤਾਂ ਦੇ ਜਾਮ ਜਿਸ ਵੇਲੇ ਅਨੰਦਪੁਰ ਸਾਹਿਬ ਦਾ ਵਿਛੋੜਾ ਹੋਇਆ ਤੇ ਇੰਨੇ ਆਨੰਦ ਸੇਵਕ ਸੀ, ਤੇ ਜਿਸ ਵੇਲੇ ਵੰਡ ਹੋਈ ਕਿਹੜਾ ਜੱਥਾ ਕਿਹਦੇ ਨਾਲ ਨਿਕਲੇਗਾ, ਤੇ ਗੁਰੂ ਕੇ ਮਹਿਲਾਂ ਦੀ ਸੇਵਾ ਜਿਹੜੀ ਮਿਲੀ ਸੰਭਾਲਣ ਦੀ, ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਮਿਲੀ ਹੈ। ਸਰਸਾ ਦਾ ਵਿਛੋੜਾ ਹੋਇਆ, ਸਭ ਵੱਖ-ਵੱਖ ਹੋ ਗਏ ਜੱਥੇ, ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਮਹਿਲਾਂ ਨੂੰ ਲੈ ਕੇ, ਗੁਰਮਹਿਲ ਨੂੰ, ਮਾਤਾ ਸੁੰਦਰੀ ਜੀ, ਸਾਹਿਬ ਕੌਰ ਜੀ, ਇਹਨਾਂ ਨੂੰ ਲੈ ਕੇ ਦਿੱਲੀ ਵੱਲ ਆ ਗਏ ਨੇ। ਫਿਰ ਜਿਸ ਵੇਲੇ ਸਤਿਗੁਰ ਜੀ ਸਭ ਕੁਛ ਸਾਰਾ ਸਰਬੰਸ ਵਾਰ ਕੇ ਸਤਿਗੁਰ ਜੀ ਸਾਬੋ ਕੀ ਤਲਵੰਡੀ ਪਹੁੰਚੇ। ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਬੁਲਾਇਆ। ਵੱਡੀ ਸੇਵਾ ਸਵੇਰੇ ਵੀ ਬੇਨਤੀ ਕੀਤੀ ਸੀ, ਸਤਿਗੁਰ ਜੀ ਨੇ ਆਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਹੈ। ਅੱਛਾ, ਸਿਰਫ ਬੀੜ ਨਹੀਂ ਲਿਖਵਾਈ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 40 ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਦਿੱਤੀ ਹੈ। ਉਹਨਾਂ 40 ਸਿੱਖਾਂ ਦੇ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਵੀ ਸਨ। ਗੁਰੂ ਸਾਹਿਬ ਨੇ ਆਪ ਗੁਰਬਾਣੀ ਦੀ ਕਥਾ ਸਿਖਾਈ ਤੇ ਆਪ ਫਿਰ ਭਾਈ ਮਨੀ ਸਿੰਘ ਜੀ ਨੇ ਕਈ ਸਿੱਖਾਂ ਨੂੰ ਗੁਰਬਾਣੀ ਦੀ ਕਥਾ ਸਿਖਾਈ, ਬਾਣੀ ਦੀ ਸੰਥਿਆ ਕਰਾਈ। ਔਰ ਸਭ ਤੋਂ ਵੱਡਾ ਮਾਣ ਹਾਸਲ ਹੋਇਆ, ਜਿਸ ਬੀੜ ਸਾਹਿਬ ਨੂੰ, ਜਿਸ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਾਂਦੇੜ ਵਿਖੇ ਗੁਰੂ ਮਾਨਿਓ ਗ੍ਰੰਥ ਦੀ ਪਦਵੀ ਦਿੱਤੀ ਹੈ, ਉਸ ਬੀੜ ਸਾਹਿਬ ਦੀ ਲਿਖਤ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਹੱਥ ਦੀ ਲਿਖੀ ਹੋਈ ਹੈ। ਦਮਦਮੀ ਸਰੂਪ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਹੱਥੋਂ ਤਿਆਰ ਹੋਇਆ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਘਰ ਦੇ ਦੀਵਾਨ ਸਨ, ਦਰਬਾਰੀ ਦੀਵਾਨ ਸਨ। ਕਿਉਂਕਿ ਇੱਕ ਵਾਰੀ ਜਿਸ ਵੇਲੇ ਰਾਮ ਰਾਏ ਦੀ ਫੌਤ ਹੋਈ ਸੀ ਤੇ ਰਾਮ ਰਾਏ ਦਾ ਜਿਸ ਵੇਲੇ ਸਾਲਾਨਾ ਕੀਤਾ ਗਿਆ ਦੇਹਰਾਦੂਨ, ਤੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭੇਜਿਆ ਸੀ। ਉੱਥੇ ਇੱਕ ਕਿਸੇ ਰਾਮ ਰਾਏ ਦੇ ਸੇਵਕ ਨੇ ਗੁਰੂ ਦੀ ਨਿੰਦਾ ਕਰਤੀ ਸੀ, ਤੇ ਫਿਰ ਭਾਈ ਮਨੀ ਸਿੰਘ ਜੀ ਨਿੰਦਾ ਬਰਦਾਸ਼ਤ ਨਹੀਂ ਕਰ ਸਕੇ। ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟ ਕਰੈ ਤਿਸ ਸੰਗ ਕਿਰਪਾਨ। ਇਹ ਗੱਲ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਤਾ ਲੱਗੀ, ਬੜੀ ਖੁਸ਼ੀ ਵੀ ਹੋਈ ਕਿ ਹਾਂ, ਆਦ ਗੁਰੂ ਸਾਹਿਬ ਦੀ ਕੋਈ ਨਿੰਦਾ ਨਹੀਂ ਕਰ ਸਕਦਾ, ਨਾ ਕੋਈ ਕਰਨ ਦੇ ਹੱਕਦਾਰ ਹੈ। ਗੁਰੂ ਬੜੀ ਵੱਡੀ ਦਾਤ ਹੈ। ਗੁਰਤਾਰ ਤਾਰਨ ਹਾਰਿਆ, ਗੁਰ ਪਰਮੇਸ਼ਰ ਏਕੋ ਜਾਨ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨਾਂਦੇੜ ਦੀ ਧਰਤੀ ਤੇ ਪਹੁੰਚੇ ਨੇ। ਨਾਂਦੇੜ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਤਿਆਰੀ ਕੀਤੀ, ਸਾਰਾ ਕੁਝ ਕੀਤਾ। ਉਥੇ ਸਤਿਗੁਰ ਜੀ ਨੇ ਆਪਣੀ ਜੀਵਨ ਲੀਲਾ ਸੰਕੋਚੀ ਹੈ। ਫਿਰ ਬੰਦਾ ਸਿੰਘ ਬਹਾਦਰ ਜਿਸ ਵੇਲੇ ਦਿੱਲੀ ਦੀ ਧਰਤੀ ਤੱਕ ਔਰ ਪੰਜਾਬ ਦੀ ਧਰਤੀ, ਇਹ ਭਾਵੇਂ ਸਰਹੰਦ ਫਤਿਹ ਕੀਤੀ ਹੈ, ਵਜ਼ੀਰ ਖਾਂ ਸਾਰਾ ਸੋਧਿਆ ਗਿਆ, ਸਾਰਾ ਕੁਝ। ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਸਿੱਖ ਕੌਮ ਦੀ ਇਹ ਰਵਾਇਤੀ ਤੌਰ 'ਤੇ ਸੇਵਾ ਕਰਦੇ ਰਹੇ, ਪ੍ਰਚਾਰ ਦੀ, ਜੋੜੇ ਝਾੜਨ ਦੀ, ਲੰਗਰ ਦੀ ਸੇਵਾ, ਸੰਗਤਾਂ ਦੀ ਸੇਵਾ। ਭਾਈ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ 1718 'ਚ ਸ਼ਹੀਦ ਹੋਏ। ਉਸ ਤੋਂ ਬਾਅਦ ਅੰਮ੍ਰਿਤਸਰ ਦੀ ਧਰਤੀ ਤੇ ਇੱਕ ਬਹੁਤ ਵੱਡੀ ਪਰਲੋ ਆ ਗਈ। ਪਰਲੋ ਕੀ ਸੀ? ਬੰਦਈ ਖਾਲਸਾ ਤੇ ਤਖਤ ਖਾਲਸਾ, ਇਹ ਦੋਵੇਂ ਵੱਖਰੇ ਹੋ ਗਏ। ਬੰਦਈ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਸਨ, ਉਹ ਆਪ ਸਿਰਦਾਰ ਬਣ ਕੇ ਬਹਿ ਗਏ ਤੇ ਕਹਿਣ ਲੱਗੇ ਕਿ ਬੰਦਾ ਬਹਾਦਰ 11ਵਾਂ ਗੁਰੂ ਹੈ। ਪਰ ਬੰਦਾ ਬਹਾਦਰ ਜੀ ਨੇ ਕਦੀ ਨਹੀਂ ਕਿਹਾ ਸੀ ਮੈਂ ਗੁਰੂ ਹਾਂ। ਉਹਨਾਂ ਨੇ ਕਿਹਾ ਤੇ ਮੈਂ ਹੂੰ ਉसी ਪੁਰਖ ਕੋ ਦਾਸਾ, ਮੈਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾਸਾ ਹਾਂ ਕਿ ਦੇਖਣ ਆਇਓ ਜਿਨ ਜਗਤ ਤਮਾਸ਼ਾ। ਇਹ ਗੱਲ ਭਾਈ ਮਨੀ ਸੇ ਉਹਦਾ ਜ਼ਿਕਰ ਕੀਤਾ ਹੋਇਆ ਬਾਬਾ ਬੰਦਾ ਸਿੰਘ, ਮੈਂ ਹੂੰ ਉसी ਪੁਰਖ ਕੋ ਦਾਸਾ, ਮੈਂ ਤੇ ਦਾਸ ਹਾਂ, ਮੈਨੂੰ ਕਿਤੇ ਗੁਰੂ ਨਾ ਬਣਾ ਦਿਓ। ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਗੁਰੂ ਬਣਾਤਾ। ਜਦ ਇਹ ਗੱਲ ਭਾਈ ਮਨੀ ਸਿੰਘ ਨੂੰ ਪਤਾ ਲੱਗੀ, ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਨੇ। ਫਿਰ ਉੱਥੇ ਉਹਨਾਂ ਨੇ ਫੈਸਲਾ ਲਿਆ ਕਿ ਦੋਨੋਂ ਨਹੀਂ ਹੋ ਸਕਦੇ, ਤਤ ਖਾਲਸਾ, ਬੰਦਈ ਖਾਲਸਾ ਤੇ ਫਤਿਹ ਦਰਸ਼ਨ ਕਹਿੰਦੇ ਸੀ, ਫਤਿਹ ਵੀ ਨਹੀਂ ਬੁਲਾਉਂਦੇ ਸੀ। ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ 2 ਪਰਚੀਆਂ ਲਈਆਂ, ਇੱਕ 'ਚ ਫਤਿਹ ਦਰਸ਼ਨ, ਦੂਸਰੇ 'ਚ ਗੁਰੂ ਵਾਹਿਗੁਰੂ ਜੀ ਕੀ ਫਤਿਹ, ਤਤ ਖਾਲਸਾ ਲਿਖ ਕੇ ਹਰ ਕੀ ਪੌੜੀ 'ਚ ਸੁੱਟਤੀ, ਅਰਦਾਸ ਕੀਤੀ। ਦੋਨੋਂ ਡੁੱਬ ਗਈਆਂ, ਪਰ ਇੱਕ ਥੋੜੀ ਦੇਰ ਬਾਅਦ ਤਰ ਕੇ ਉੱਤੇ ਆਏ, ਉਹਦੇ ਉੱਤੇ ਲਿਖਿਆ ਹੋਇਆ ਸੀ ਤਤ ਖਾਲਸਾ। ਫਿਰ ਬੰਦਈ ਖਾਲਸਾ ਤਤ ਖਾਲਸਾ ਵਿੱਚ ਰਲਾਉਣ ਦੀ ਗੱਲ ਕੀਤੀ। ਤਤ ਖਾਲਸਾ ਵਾਲੇ ਵੈਸੇ ਗੁਰੂ ਖਾਲਸਾ ਨੂੰ ਮੰਨਣ ਵਾਲੇ, ਖਾਲਸਾ ਪੰਥ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ,
पर बंदे ही खालसा वाले नहीं मने। फिर मल अखाड़ा होया जी, फिर जंग हुई है, उत्थे लड़ाई हुई है दोनों की, दोनों वालों एक एक जाके तत् खालसा वालों भी गया, पर तत् खालसे वाले दी भलवान की जित हुई सी सिंह दी। फिर बंदई खालसा तत् खालसा विच में ये बहुत वड्डी देन है सिख जगत नूं भाई मनी सिंह जी दे कि संयुक्त किया भाई मनी सिंह जी ने एक पंथ ते एक ग्रंथ दे विच। नहीं तो उस वेले जे भाई मनी सिंह ये सूझबूझ ना वरतदे तो फिर बहुत बड़ा एक एक वितकरा पैदा हो जाना सी, एक दो धड़े बन जाने सी सदा वस्ते। भाई मनी सिंह ने वड्डे कारज किए। फिर लगातार 1724 तो लैके फिर ये सारी सेवावां 1734 तक 37 तक दरबार साहब की निभाई है ग्रंथी वजों। बड़ा सोहना कवित लिखिया है भाई सेवा सिंह जी ने कि भाई मनी सिंह जी कि सेवा हूँ करंत सदा, रहंत है गुरु पास सदा। कि सदा ही सेवा करते रहेंदे ते 70 साल जिन्हों ने गुरु हर राय साहब तो लैके गुरु गोबिंद सिंह साहब तक जिन्हों ने यह हुक्म कमाया। तो गुरु मान्यो ग्रंथ जिहड़ा गुरु गोबिंद सिंह जी फैसला दे गए, उस फैसले नूं आप भी कमाया तो सिख जगत नूं कमाउण वास्ते भी क्या। कहंदे सदा सेवा की, रहंत गुरु पास सदा, सदा गुरु दे कोल रहे। कहंदे लिख लिख बाणी पोथी करदा तैयार है। किन्नी बाणी ते किन्नियां पोथियां तैयार कीतियां, किन्नियां कीतियां। पढ़दा पढ़ाउंदा ना जताउंदा कदे आप ताई, पढ़िया पढ़ाया बहुत पर कदी ये नहीं क्या कि मैं पढ़दा पढ़ाउंदा जताया नहीं कदे आप ताई। कहंदे कीता की है, कहंदे इक्को ही गल कीती, मन नीवा मत उच्ची यही जीत हार है। बस इसी गल नूं सदा कमाया कि मन नीवा ते मत उच्ची रखो शब्द दे विच। ते अगली गल भाई सेवा सिंह जी बड़ा सोहना लिखते हैं कवित दे विच कि भाई मनी सिंह जी जति सती, कहंदे जत जत दे पक्के, सत दे भी पक्के। जति सती रह सदा, सिखी सिदक दा है पुतला। जे सिखी सिदक दी मूरत देखनी है फिर सुरत विच भाई मनी सिंह नूं याद कर लियो। कहंदे जति सती दा पूरा, सिखी सिदक दा है पुतला। कहंदे सिखी सिदक दियां साखियां करदा तैयार है। ज्ञान रत्नावली वर्गियां बड़े बड़े ग्रंथ, जपजी साहब की व्याख्या, भाई गुरदास जी की नामावली जिहड़ी तैयार सी, उन्हां सारियां दा विस्तार भाई मनी सिंह ने किया। ज्ञान रत्नावली ते ज्ञान की जिहड़ी आपां ज्ञानी टकसाल जिहड़ी शुरू हुई है ना, ये भाई मनी सिंह जी तो शुरू हुई। कथा करन वाली जिहड़ी बिरती जिहड़ी अवस्था है, जिहड़ा ये परंपरा है ज्ञानी परंपरा, ये भाई मनी सिंह जी तो निकली है। फिर भाई मनी सिंह जी ने जिस वेले तत् खालसा बंदई खालसा मिलाता तत् खालसा विच फिर सेवा निभाई। फिर तुहानूं पता है अब्दुल समद खान जकरिया खान दे वेले, क्योंकि सरकारां ते हमेशा खत्म करना चाहुंदियां ने जिन्हां तो उन्हां नूं खतरा हुंदा है, खत्म ते करना चाहुंदियां सन। वो भाई मनी सिंह नूं नज़र सी उन्हां नूं सिखां नूं मारन दी, खत्म करन दी। दिवाली वाले दिन सरबत खालसा जुड़दा सी, भाई मनी सिंह ने सिखां नूं सदिया। जिस वेले दिवाली वाले दिन संगतां आउण लगियां ते सूह मिल गई कि इत्थे जालम बिरती जकरिया खां वर्गियां ने सिखां नूं इत्थे इकट्ठा करके मार देना है। पहले सरकार ने इजाजत देती तुसीं बुला लियो, पर बुलाउण दे बदले तुहानूं लाखां रुपए टैक्स देना पएगा, फीस भरनी पेगी। भाई मनी सिंह कहंदे गल ही नहीं, सिख संगतां आउणगियां, जिहड़ा चढ़ावा होएगा वो सारा। पर देख लो गुरु की गोलक दी दुरवरतों रोकण वास्ते भाई मनी सिंह ने अपना बंद बंद कटाता। इस तो उत्ते कोई गल नहीं हो सकती। गल समझो, गुरु की गोलक की दुरवरतों ना हो जाए, किते लुट के ना लै जाए कोई। कहंदे बंद बंद कटाउण नूं मैं तैयार हाँ। जिस वेले सिख संगतां नूं रोकिया, कुछ रुकियां कुछ नहीं रुकियां। हाँ, कतले आम होया, सिख इतिहास से मैं दोबारा पढ़िया, कतले आम होया उत्थे। भाई मनी सिंह जी ने जब संगतां नूं रोकिया, संगतां आईयां, जकरिया खान ने कतले आम किया। फिर उस तो बाद भाई मनी सिंह नूं क्या गया, तुसीं टैक्स नहीं दिता। वो कहंदे काहदा टैक्स देना, तुसीं ते कतलेआम कीता, संगतां आईयां ही नहीं। कहंदे नहीं, जां तां टैक्स दिओ, जां पैसे भरो, जुर्माना भरो, नहीं तो फिर ईन कबूल करो, फिर मौत है। कहंदे ना टैक्स ना ईन, कहंदे पहला मरण कबूल जीवन की छड़ियास। बुजुर्ग बाबा भाई मनी सिंह जी जिन्हां दी उम्र 94 साल तक, जिन्हां ने सिੱਖੀ सेवा सिदक कमाई ते बंद बंद कटाउण वास्ते वो तैयार होए। बड़ी कमाल देखो किन्ने हर तरह का चंगेजी कानून सिखां ते लागू होया,
ਚਰਖੜੀਆਂ ਤੇ ਚੜਾਉਣ ਵਾਲਾ, ਆਰਿਆਂ ਵਾਲਾ, ਦੇਗਾਂ 'ਚ ਉਬਾਲਣ ਵਾਲਾ। ਸਕੇ ਭਰਾਤਾ ਨੇ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ ਦੇ, ਜਿਹੜੇ ਦੇਗਾਂ ਦੇ ਵਿੱਚ ਉਬਾਲੇ ਗਏ ਨੇ। ਬੜਾ ਅਨੰਨ ਉਹਨਾਂ ਦਾ ਜੀਵਨ ਰਿਹਾ। ਲਾਹੌਰ ਦੀ ਧਰਤੀ ਤੇ ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ। ਬੜੀਆਂ ਸੇਵਾਵਾਂ ਕੀਤੀਆਂ। ਦਸਮ ਪਾਤਸ਼ਾਹ ਜੀ ਦੀ ਬਾਣੀ ਵੀ ਜਿਹੜੀ ਇਕੱਠੀ ਕੀਤੀ ਹੈ ਸਿੱਖਾਂ ਕੋਲੋਂ, ਉਹ ਵੀ ਭਾਈ ਮਨੀ ਸਿੰਘ ਨੇ ਕੀਤੀ ਹੈ। ਇਹ ਭਰਮ ਭੁਲੇਖੇ ਬੜੇ ਪਾਏ ਗਏ ਬਈ ਬੰਦ ਕਿਉਂ। ਇਹ ਤੇ ਬਸ ਜੋ ਗੁਰਬਾਣੀ ਦੇ ਵਿੱਚ ਲਿਖਿਆ ਉਹ ਸੱਚ ਭਾਈ ਮਨੀ ਸਿੰਘ ਜੀ ਨੇ ਕਮਾ ਕੇ ਦਿਖਾਇਆ। ਬਸ ਕਿ ਸੱਚੇ ਮੁੱਚੇ ਤਨ ਮਨ ਕਾਟ ਸਭ ਅਰਪੀ ਵਿੱਚ ਅਗਨੀ। ਇਹ ਵਾਲੀ ਅਵਸਥਾ ਹੈ ਕਿ ਕਰਵਤ ਭਲਾ ਨਾ ਕਰਵਤ ਤੇਰੀ ਲਾਗ ਗਲੇ ਸੁਣ। ਤੇ ਇੱਕ ਬਚਨ ਹੋਰ ਪੜ੍ਹ ਲਓ, ਹਉ ਵਾਰੀ ਵਈਆਂ ਘੋਲੀ ਵਈਆਂ ਤੂੰ ਪਰਬਤ ਮੇਰਾ ਓਲਾ ਰਾਮ। ਸਤਿਗੁਰੂ ਬਖਸ਼ਿਸ਼ ਕਰਨ। ਖਨੀਆਂ ਵਈਆਂ ਦਾ ਮਤਲਬ ਹੁੰਦਾ ਹੈ ਆਪਣਾ ਬੰਦ ਵਾਰ ਦੇਣਾ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਦਿਹਾੜਾ ਹੈ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਦਾ ਹੀ ਯਾਦ ਰੱਖੀਏ ਐਸੇ ਗੁਰਸਿੱਖਾਂ ਨੂੰ ਜਿਨ੍ਹਾਂ ਨੇ ਆਦਿ ਗੁਰੂ ਸਾਹਿਬਾਨਾਂ, ਗੁਰੂ ਹਰਿਰਾਏ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸੇਵਾਵਾਂ ਨਿਭਾਈਆਂ, ਸਿੱਖ ਪੰਥ ਦੀ ਜਥੇਦਾਰੀ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।